बिस्मिल्लाहिर्रहमानिर्रहीम। मोहम्मद सरफराज जी दोस्तों की खिदमत च हाज़र जी। मेरे नाल ने जनाब रेहान साहब जिहड़े एक कंपनी के इत्थे साडे टैरेटरी इंचार्ज आ ते इन्हां दी मेहरबानी जी साडी लीमू दा बाग देखण आए सीगे ते हुण मौसम है अक्तूबर दा महीना जा रहा सब्जियां दी काश्त दा। इन्हां दे कोलों मैं क्या गोभी बंद गोभी दे बारे पुछ लईए। रेहान साहब अस्सलाम वालेकुम। वालेकुम सलाम। रेहान साहब ये तो हुण हर बंदे नूं पता ना जी कि पैली किद्दां तैयार करनी है, ਉਹਦੀਆਂ ਕਿੱਦਾਂ ਖੇੜਾਂ ਕੱਢਣੀਆਂ। ਅੱਜ ਕੱਲ੍ਹ ਉਹਨਾਂ ਨੂੰ ਬੈੱਡ ਕਹਿਣ ਲੱਗ ਪਏ ਔਰ ਉਹਦੇ ਤੋਂ ਬਾਅਦ ਉਹਦੇ ਚੋਪੇ ਲਵਾ ਲੈਣੇ ਗੋਭੀ ਦੇ ਤੇ ਫਿਰ ਉਹਨੂੰ ਪਾਣੀ ਲਾਣਾ, ਰੇਜ ਤੇ ਪਾਣੀ ਚਾੜਨਾ, ਉਸ ਤਰ੍ਹਾਂ ਪਾਣੀ ਨਹੀਂ ਚਾੜਨਾ। ਖਾਦਾਂ ਦਾ ਵੀ ਪਤਾ। ਮਸਲਾ ਅਸਲ ਹੈਗਾ ਇਹਨੂੰ ਆਉਂਦੀਆਂ ਬਿਮਾਰੀਆਂ ਮੁxtਲਫ ਕਿਸਮ ਦੀਆਂ, ਉਹ ਕਿਹੜੀਆਂ ਕਿਹੜੀਆਂ ਆਉਂਦੀਆਂ ਤੇ ਕਿਹੜੀ ਕਿਹੜੀ ਜ਼ਹਿਰ ਕਰਨੀ ਚਾਹੀਦੀ ਆ, ਉਹ ਤੁਹਾਡੇ ਕੋਲੋਂ ਅਸੀਂ ਪੁੱਛਣਾ ਚਾਹੁੰਦੇ ਹਾਂ। ਹਾਂਜੀ, ਸਭ ਤੋਂ ਪਹਿਲੇ ਜਿਹੜੀ ਵੀ ਸਬਜ਼ੀ ਲਾਣੇ ਆ ਜੀ ਤੇ ਉਹਦੇ ਥੋੜੀ ਉਹਦੀ ਕੁੰਪਲ ਨਿਕਲਦੀ ਹੈ ਬਾਹਰ ਜੀ ਤੇ ਉਹਦੇ ਨਾਲ ਤਣਾ ਗਲਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਾਲਰ ਰਾਟ ਬਿਮਾਰੀ ਨੂੰ ਕਾਲਰ ਰਾਟ ਹਾਂਜੀ ਉਹਦੇ ਵਾਸਤੇ ਫੁੰਦੀਕਸ਼ ਜ਼ਹਿਰ ਉਹ ਕਲੋਰੋਥੈਲੋਨੇਲ ਤੇ ਥਾਇਓਫਨੇਟ ਦਾ ਮਿਕਸਚਰ ਜਾਂ ਕੱਲਾ ਥਾਇਓਫਨੇਟ ਜਾਂ ਐਗਜ਼ਾਕਸੀ ਸਟ੍ਰੋਬਨ ਤੇ ਡਾਈਫਿਨੋਕੋਨਾਜ਼ੋਲ ਦਾ ਮਿਕਸਚਰ, ਇਹ ਵਾਲੇ ਫੰਜੀਸਾਈਡ ਤੁਸੀਂ ਇਸਤੇਮਾਲ ਕਰੋਗੇ ਤੇ ਉਹ ਜਿਹੜਾ ਕੰਟਰੋਲ ਰਹੇਗਾ। ਜਿਹੜੇ ਪੌਦੇ ਖਰਾਬ ਹੋ ਗਏ ਉਹ ਤੇ ਨਹੀਂ ਕਵਰ ਹੋਣਗੇ। ਇਹਤਿਆਤਨ ਤੁਸੀਂ ਪਹਿਲੇ ਹੀ ਕਰ ਦੋਗੇ ਕਿ ਇੱਕ ਵੀ ਪੌਦਾ ਤੁਹਾਨੂੰ ਨਜ਼ਰ ਆਇਆ ਤੇ ਤੁਸੀਂ ਸਪਰੇਅ ਕਰ ਦਿਓ ਤੇ ਉਹ ਕਾਫੀ ਹੱਦ ਤੱਕ ਹਿਫਾਜ਼ਤ ਪਹਿਲੇ ਮਿਲ ਜਾਂਦੀ ਹੈ। ਰਿਆਨ ਸਾਹਿਬ ਇੱਕ ਮਿੰਟ ਜੀ ਮੈਨੂੰ ਗੱਲ ਯਾਦ ਆ ਗਈ। ਮੁੱਲਾ ਨਸਰੁੱਦੀਨ ਦੇ ਲਤੀਫੇ ਹੁੰਦੇ ਸੀ ਤੇ ਉਹਨਾਂ ਨੇ ਆਪਣੀ ਬੇਟੀ ਨੂੰ ਕਿਹਾ ਮੇਰੇ ਲਈ ਨਾ ਪਾਣੀ ਲੈ ਕੇ ਆ ਜੀ, ਤੇ ਉਹਨਾਂ ਨੇ ਪਿਆਲਾ ਚੁੱਕਿਆ ਤਾਂ ਮੁੱਲਾ ਸਾਹਿਬ ਨੇ ਖਿੱਚ ਕੇ ਥੱਪੜ ਮਾਰਿਆ। ਠੀਕ ਹੈ। ਉਹ ਮਾਈ ਬੋਲ ਪਈ, ਉਹਨੇ ਕਿਹਾ ਮੁੱਲਾ ਤੇਰਾ ਕੱਖ ਨਾ ਰਵੇ, ਮਾਸੂਮ ਬੱਚੀ ਕਾਹਨੂੰ ਮਾਰਿਆ? ਕਹਿੰਦਾ ਇਹਨੇ ਨਾ ਉਹ ਪਿਆਲਾ ਤੋੜ ਦੇਣਾ ਸੀ। ਉਹਨੇ ਕਿਹਾ ਪਿਆਲਾ ਤਾਂ ਹਜੇ ਉਹਨੇ ਚੁੱਕਿਆ ਵੀ ਨਹੀਂ। ਉਹਨੇ ਕਿਹਾ ਟੁੱਟੇ ਤੇ ਮਾਰਦੇ ਤਾਂ ਫਿਰ ਕੀ ਫਾਇਦਾ ਸੀ। ਗੱਲ ਇਹ ਇਹਤਿਆਤੀ ਤੌਰ ਤੇ ਪਹਿਲਾਂ ਹੀ ਜਿਹੜਾ ਇੰਤਜ਼ਾਮ ਕਰ ਲਿਆ ਜਾਏ। ਚਲੋ ਤੁਸੀਂ ਕਿਹਾ ਇਹਤਿਆਤੀ ਤੌਰ ਤੇ ਜਿਹੜਾ ਪਿਆਲਾ ਟੁੱਟਣ ਤੋਂ ਪਹਿਲੇ ਉਹਦੀ ਸਪਰੇਅ ਕੀ ਕਾਲਰ ਦੱਸਿਆ ਉਹਦਾ? ਕਾਲਰ ਰਾਟ ਕਹਿੰਦੇ। ਕਾਲਰ ਰਾਟ। ਰਿਆਨ ਸਾਹਿਬ ਮੈਨੂੰ ਇਹ ਬਿਮਾਰੀਆਂ ਦੇ ਨਾਂ ਤੇ ਆ ਜਿਹੜੇ ਆ ਫੀਨਾਜ਼ੋਲ ਵਗੈਰਾ ਆ ਗਏ, ਇਹ ਯਾਦ ਆ ਜਾਣ ਤਾਂ ਮੈਂ ਬਹੁਤ ਅੱਛਾ ਸੇਲਮੈਨ ਬਣਾ। ਬਾਈ ਇੱਥੋਂ ਆ ਕੇ ਰਹਿ ਜਾਣਾ। ਅੱਛਾ ਜੀ, ਉਸ ਤੋਂ ਬਾਅਦ ਫਿਰ ਇਹਦੀ ਜਰਮੀਨੇਸ਼ਨ ਹੋ ਗਈ ਤੇ ਪਹਿਲਾ ਮਸਲਾ ਇਹ ਆ ਗਿਆ। ਫਿਰ ਇਹਦੀ ਗਰੋਥ ਸਟਾਰਟ ਹੋ ਜਾਂਦੀ ਹੈ। ਪੌਦੇ ਨੇ ਫਿਰ ਫੁੱਲ ਬਣਾਉਣਾ ਹੁੰਦਾ। ਅੱਛਾ ਜੀ। ਹਾਂਜੀ, ਫਿਰ ਉਹਨੂੰ ਗਰੋਥ ਵਾਸਤੇ ਉਹਦੀ ਜਿੰਨੀਆਂ ਵੀ ਖਾਦਾਂ ਨੇ, ਪਹਿਲੇ ਤੇ 3 ਬੇਸਿਕ ਵੱਡੀਆਂ ਖਾਦਾਂ ਨੇ ਜਿਹੜੀਆਂ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼। ਉਹ ਕੋਈ ਵੀ ਮਾਰਕੀਟ ਚੋਂ ਸੋਰਸ ਤੁਹਾਨੂੰ ਲੱਭਦਾ। ਨਾਈਟ੍ਰੋਫਾਸ ਦੇ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ 2 ਸੋਰਸ ਮਿਲ ਜਾਂਦੇ ਆ। ਤੀਸਰਾ ਸੋਰਸ ਪੋਟਾਸ਼ ਵਾਲਾ ਉਹ SOP ਹੁੰਦਾ, ਸਲਫੇਟ ਆਫ ਪੋਟਾਸ਼ ਜੀ। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨਾ ਸਭ ਤੋਂ ਪਹਿਲਾਂ ਜਦੋਂ ਪਾਣੀ ਲਾਣਾ ਤੇ ਯੂਰੀਆ ਲਾਓ ਇਹਨੂੰ, ਫਿਰ ਉਸ ਤੋਂ ਬਾਅਦ ਇਹਨੂੰ ਨਾਈਟ੍ਰੋਫਾਸ ਦਾ ਇੱਕ ਬੈਗ ਲਗਾ ਦਿਓ, ਫਿਰ 2 ਕਿਲੋ ਸਲਫਰ ਲਾ ਦਿਓ ਜੀ। ਫਿਰ ਉਸ ਤੋਂ ਬਾਅਦ ਜ਼ਿੰਕ ਹੈ, ਜ਼ਿੰਕ ਚਲੇਟਡ ਵੀ ਹੈ ਮਾਰਕੀਟ ਵਿੱਚ, ਲਿਕੁਇਡ ਵੀ ਹੈ, ਜਿਹੜਾ ਵੀ ਤੁਹਾਡੇ ਆਸਾਨੀ ਨਾਲ ਤੁਸੀਂ ਲੈ ਸਕਦੇ ਹੋ, ਅਵੇਲੇਬਲ ਹੈ ਤੁਹਾਡੇ ਕੋਲ, ਉਹਨੂੰ ਲਾਜ਼ਮੀ ਫਲੱਡ ਕਰਵਾਓ। ਹਾਂਜੀ, ਜ਼ਿੰਕ ਹੁਣ ਪਾਣਾ ਪੈਂਦਾ ਜੀ। ਹਾਂਜੀ ਜੀ। ਇਹ ਤਾਂ ਹੋ ਗਈਆਂ ਖਾਦਾਂ ਜੀ। ਤੇ ਸਪਰੇਆਂ ਕਿਹੜੀਆਂ ਕਿਹੜੀਆਂ ਕਰਨੀਆਂ ਪੈਂਦੀਆਂ? ਸਪਰੇਆਂ ਇਹਦੇ ਉੱਤੇ ਜੀ 2-3 ਕਿਸਮ ਦੀਆਂ ਸੁੰਡੀਆਂ ਆਉਂਦੀਆਂ ਇਹਦੇ ਤੇ। ਅਮਰੀਕਨ ਸੁੰਡੀ ਵੀ ਆਉਂਦੀ, ਲਸ਼ਕਰੀ ਸੁੰਡੀ ਵੀ ਆਉਂਦੀ, ਇੱਕ ਹੋਰ ਜਾਲੇਨੁਮਾ ਸੁੰਡੀ ਆਉਂਦੀ ਇਹਦੇ ਵਿੱਚ ਪੱਤੇ ਦੇ ਵਿੱਚ। ਉਹ ਖਾਈ ਜਾਂਦੀ, ਸੁਰਾਖ ਕਰਕੇ ਪੌਦੇ ਦੇ ਵਿੱਚ ਹੀ ਵੜ ਜਾਂਦੀ। ਤੇ ਉਹ ਇਹਦਾ ਇੱਕ ਪਰਵਾਨਾ ਹੁੰਦਾ ਜੀ। ਤੇ ਉਹ ਤੁਸੀਂ ਇਹਤਿਆਤਨ ਜਦੋਂ ਸਟਾਰਟ ਤੇ ਹੀ ਇਹ ਕਰਦੇ ਰਹੋਗੇ। ਇੱਕ ਤੇ ਬਾਈਫੈਂਥਰੀਨ ਜ਼ਹਿਰ ਹੈ, ਉਹ ਇਹਨੂੰ ਕਰਦੇ ਰਹੋ। ਫਿਰ ਉਸ ਤੋਂ ਇਲਾਵਾ ਐਮਾਮੈਕਟਨ ਤੇ ਲਿਊਫੈਨਿਓਰਾਨ ਦਾ ਮਿਕਸਚਰ ਮਿਲ ਜੇ ਜਾਂ ਅਲੱਗਾ ਵੀ ਮਿਲ ਜਾਣ। ਦਾਣੇਦਾਰ ਚ ਵੀ ਐਮਾਮੈਕਟਨ ਹੁੰਦੀ, ਫਾਰਮੂਲੇਸ਼ਨ ਚ ਫਰਕ ਹੁੰਦਾ ਹਾਂਜੀ, ਤੇ ਲਿਕੁਇਡ ਚ ਵੀ ਹੁੰਦੀ। ਅੱਛਾ ਜੀ। ਤੇ ਉਹ ਮਿਕਸਚਰ ਬਣਾ ਕੇ ਕਰਵਾਉਂਦੇ ਰਹੋ। ਫਿਰ ਉਸ ਤੋਂ ਹਟ ਕੇ ਨਵੀਆਂ ਕੈਮਿਸਟਰੀਆਂ ਵੀ ਮਾਰਕੀਟ ਚ ਆਈਆਂ ਹੋਈਆਂ ਜਿਹੜੇ ਸੁੰਡੀ ਵਾਸਤੇ ਇਹਨਾਂ ਤੋਂ ਵੀ ਐਡਵਾਂਸ ਆਈਆਂ ਨੇ। ਉਹ ਕੋਈ ਵੀ ਪ੍ਰੋਡਕਟ ਲੈ ਕੇ ਤੇ ਗੋਭੀ ਤੇ ਇਸਤੇਮਾਲ ਕਰੋ ਤੁਸੀਂ। ਯਾਨੀ ਗੱਲ ਤਾਂ ਫਿਰ ਇਹ ਹੀ ਹੋਇਆ ਜੀ ਕਿ ਡਾਕਟਰ ਦੇ ਨਾਲ ਮੁਸਲਸਲ ਰਾਬਤਾ ਰੱਖਣਾ ਪੈਂਦਾ ਜੀ। ਬਿਲਕੁਲ। ਉਹ ਚਾਹੇ ਤੁਸੀਂ ਆਪਣੇ ਜਿਹੜਾ ਡੀਲਰ ਆ ਉਹਦੇ ਨਾਲ ਰੱਖੋ, ਚਾਹੇ ਇਹਨਾਂ ਨੁਮਾਇੰਦਿਆਂ ਦੇ ਨਾਲ ਰੱਖੋ। ਤੇ ਮੈਂ ਇਹਨਾਂ ਦੀ ਮੌਜੂਦਗੀ 'ਚ ਕਹਿੰਦਾ ਬਿਹਤਰ ਇਹ ਆ ਕਿ ਆਪਣਾ ਜਿਹੜਾ ਤੁਹਾਡਾ ਮਹਿਕਮਾ ਜ਼ਰਾਤ ਦਾ ਫੀਲਡ ਅਸਿਸਟੈਂਟ, ਜ਼ਰਾਤ ਅਫੀਸਰ, ਡਿਪਟੀ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ, ਤਰਤੀਬ ਗਲਤ ਹੋ ਗਈ, ਇਹਨਾਂ ਲੋਕਾਂ ਦੇ ਨਾਲ ਰਾਬਤਾ ਰੱਖੋ। ਬਾਕੀ ਜਿਹੜਾ ਸਾਡਾ ਲੋਕਾਂ ਦਾ ਸੀ ਨਾ ਜੀ ਰਿਆਨ ਸਾਹਿਬ, ਇੱਕ ਤਾਂ ਮੁੰਡੇ ਬਹੁਤ ਪੜ੍ਹ ਲਿਖ ਗਏ, ਕੰਪਨੀਆਂ ਜਿਹੜੀਆਂ ਨਾ ਜੀ ਅੱਗੇ ਨਖਰੇ ਕਰਦੀਆਂ ਸੀ, ਹੁਣ ਕੰਪਨੀਆਂ ਬਹੁਤ ਹੋ ਗਈਆਂ। ਦੂਸਰਾ ਹੁਣ ਜਿਸ ਤਰ੍ਹਾਂ ਤੁਸੀਂ ਆਏ ਆ, ਕੰਪਨੀਆਂ ਦੇ ਨੁਮਾਇੰਦਗਾਨ ਜਿਹੜੇ ਆ ਉਹ ਲੱਗ ਪਏ ਅਪਰੋਚ ਕਰਨ ਕਾਸ਼ਤਕਾਰ ਨੂੰ। ਪਹਿਲੇ ਸਿਰਫ ਡੀਲਰ ਤੱਕ ਆਉਂਦੇ ਸੀ, ਕਾਸ਼ਤਕਾਰ ਦਾ ਫਾਇਦਾ। ਡੀਲਰ ਵੀ ਹੁਣ ਪੜ੍ਹ ਗਿਆ। ਉਹਦੇ ਤੋਂ ਇਲਾਵਾ ਜਿਹੜੇ ਮੌਜੂਦਾ ਸਾਡੇ DG ਐਗਰੀਕਲਚਰ ਹੈ ਨਾ ਜੀ, ਅੰਜਮ ਬੁੱਟਰ ਸਾਹਿਬ,
ਉਹ ਅੱਛੇ ਬੰਦੇ, ਜਦੋਂ ਸਰਬਰਾਹ ਅੱਛਾ ਹੋਵੇ ਸਾਰੇ ਹੀ ਅੱਛੇ ਹੁੰਦੇ ਆ ਜੀ। ਔਰ ਅਸੀਂ ਸਾਡੇ ਵੱਲੋਂ ਹੀ ਨੈਗੇਟਿਵਿਟੀ ਆ ਕਾਸ਼ਤਕਾਰਾਂ ਨੂੰ, ਅਗਰ ਅਸੀਂ ਇਹਨਾਂ ਲੋਕਾਂ ਦੇ ਨਾਲ, ਚਾਹੇ ਕੰਪਨੀਆਂ ਦੇ ਨੁਮਾਇੰਦੇ ਆ ਜਾਣ ਸਾਡੇ ਕੋਲ, ਚਾਹੇ ਮਹਿਕਮੇ ਦੇ ਆ ਜਾਣ, ਅਸੀਂ ਕਹਿੰਦੇ ਹਾਂ ਇਹਨਾਂ ਨੂੰ ਕੀ ਪਤਾ, ਅਸੀਂ ਪੇ ਦਾਦੇ ਤੋਂ ਕਰਦੇ ਨਹੀਂ। ਹੁਣ ਕਦਰਾਂ ਤਰੀਕੇ ਜਿਹੜੇ ਉਹ ਬਦਲ ਗਏ ਆ, ਸਾਨੂੰ ਜਦੀਦ ਕਾਸ਼ਤਕਾਰੀ ਅਪਣਾਉਣੀ ਚਾਹੀਦੀ ਆ, ਇਹਨਾਂ ਲੋਕਾਂ ਦੀ ਮਦਦ ਲੈਣੀ ਚਾਹੀਦੀ ਆ ਤੇ ਜ਼ਰੂਰ ਕਰਦੇ ਰਹਿਣਾ ਚਾਹੀਦਾ। ਰਵਾਇਤੀ ਤੁਹਾਡੀ ਗੱਲ ਕੱਟ ਰਹੀ ਜੀ, ਰਵਾਇਤੀ ਤਰੀਕੇ ਵਾਲਾ ਜ਼ਿਮੀਂਦਾਰ ਆ ਜਿਹੜਾ ਨਾ ਹੁਣ ਖਤਮ ਹੋ ਗਿਆ। ਹਾਂਜੀ, ਕੋਈ ਵੀ ਫਸਲ ਹੈ, ਬੰਦ ਗੋਭੀ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਤੁਸੀਂ ਬੀਜ ਲੈ ਕੇ ਤੇ ਇਹਦੀ ਤਿਆਰੀ ਕਰਕੇ ਜ਼ਮੀਨ ਦੀ, ਤੁਸੀਂ ਜਦੋਂ ਬਾਹਰ ਆਉਂਦੇ ਹੋ ਲਾ ਕੇ ਤੇ 60-70 ਹਜ਼ਾਰ ਖਰਚੇ ਨੂੰ ਤੁਸੀਂ ਪਹੁੰਚ ਜਾਂਦੇ। ਬਿਲਕੁਲ ਪਹੁੰਚ ਜਾਂਦੇ ਜੀ। ਤੇ ਇਹ ਵੀ ਇੱਕ ਕਾਰੋਬਾਰ ਹੀ ਬਣ ਚੁੱਕਿਆ ਹੈ ਕਿ ਪਹਿਲੇ ਤੁਹਾਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ, ਫਿਰ 3 ਮਹੀਨੇ ਬਾਅਦ ਉਹ ਫਸਲ ਦੇ ਦੌਰਾਨੀਏ ਦੇ ਹਿਸਾਬ ਨਾਲ ਫਿਰ ਤੁਹਾਨੂੰ ਇਨਕਮ ਆਉਂਦੀ ਹੈ। ਹਾਂਜੀ, ਬਿਲਕੁਲ। ਜਿਹੜਾ ਵੀ ਬੰਦਾ ਸੋਚ ਸਮਝ ਕੇ ਡੀਲਰਾਂ ਨਾਲ ਰਾਬਤੇ 'ਚ ਰਹਿੰਦਾ ਹੈ, ਕਿਸੇ ਜ਼ਿਮੀਂਦਾਰ ਕੋ ਵੀ ਸਿੱਖਣ ਨੂੰ ਮਿਲ ਸਕਦਾ ਹੈ। ਸਾਡੇ ਜਿਹੜੇ ਐਗਰੀਕਲਚਰ ਦੇ ਪ੍ਰਾਈਵੇਟ ਸੈਕਟਰ 'ਚ ਨੁਮਾਇੰਦੇ ਨੇ, ਇਹਨਾਂ ਕੋਲੋਂ ਸਿੱਖਣ ਨੂੰ ਮਿਲ ਸਕਦਾ ਹੈ। ਇਸ ਤਰ੍ਹਾਂ ਕਿਤੇ ਵੀ ਜੋ ਵੀ ਇਨਫੋਰਮੇਸ਼ਨ ਮਿਲਦੀ ਹੈ, ਇਹ ਬਹੁਤ ਵੱਡੀ ਫੀਲਡ ਹੈ ਐਗਰੀਕਲਚਰ। ਇਹਦੇ 'ਚ ਤੁਹਾਨੂੰ ਰੋਜ਼ਾਨਾ ਕੋਈ ਨਾ ਕੋਈ ਚੀਜ਼ ਸਿੱਖਣ ਨੂੰ ਮਿਲਦੀ ਹੈ। ਤੇ ਉਹ ਜਿਹੜਾ ਵੀ ਬੰਦਾ ਇੱਕ ਫਸਲ ਦਾ ਤਜਰਬੇਕਾਰ ਹੋ ਜਾਂਦਾ, ਇੱਕ ਸੀਜ਼ਨ 'ਚ ਉਹ ਤਜਰਬੇਕਾਰ ਹੋ ਜਾਂਦਾ, ਅਗਲੇ ਸਾਲ ਤੋਂ ਜ਼ਿਆਦਾ ਉਹਨੂੰ ਬਿਹਤਰ ਤਰੀਕੇ ਨਾਲ ਜਿਹੜਾ ਨਾ ਉਹਦੀ ਸਾਰੀ ਨਿਗਾਹਦਾਸ਼ਤ ਕਰਦਾ, ਤੇ ਫਿਰ ਉਹ ਅੱਛੀ ਯਾਨੀ ਕਿ ਉਹਦੀ ਪੈਦਾਵਾਰ ਵੀ ਲੈਣਾ ਸ਼ੁਰੂ ਕਰ ਦਿੰਦਾ। ਬਿਲਕੁਲ ਇਸ ਤਰ੍ਹਾਂ ਆ। ਤੁਸੀਂ ਇਹ ਦੇਖ ਲਓ, ਸਰੋਂ ਆਮ ਬੀਜਦੇ ਆਏ ਆ, ਹਜੇ ਵੀ ਬੀਜ ਹੋ ਰਹੀ ਆ, ਪਾਣੀ ਲਾਈਦਾ, ਜ਼ਮੀਨ ਬੱਤਰ ਆ ਜਾਂਦੀ, ਵਾਹ ਕੇ ਸੁਹਾਗੇ ਥੱਲੇ ਬੀਜ ਦੇਈਦੀ ਆ। 2 ਸੇਰ ਉਹਦਾ ਪਹਿਲਾਂ ਸੇਰ ਹੁੰਦਾ ਸੀ, ਹੁਣ ਮੋਟੇ ਬੀਜ ਆ ਗਏ ਹਾਈਬ੍ਰਿਡ, 2 ਸੇਰ ਬੀਜ ਪੈਂਦਾ 2 ਕਿਲੋਗ੍ਰਾਮ ਫੀ ਏਕੜ ਜੀ। ਤੇ ਉਹ ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ, ਔਰਾ ਬਾਦਸ਼ਾਹ, ਕੇਰਾ ਵਜ਼ੀਰ ਤੇ ਛੱਟਾ ਫਕੀਰ, ਫਕੀਰਾਂ ਨਾਲ ਤਰੀਕੇ ਨਾਲ ਬੀਜਦੇ ਆ ਤਾਂ ਬਥੇਰੀ ਹੋ ਜਾਂਦੀ। ਲੇਕਿਨ ਹੁਣ ਮੈਂ ਦੇਖਿਆ ਕੋਈ ਪਿਛਲੇ 2-3 ਸਾਲ ਤੋਂ ਟ੍ਰੈਂਡ ਹੋ ਗਿਆ, ਉਹਦੇ ਵੀ ਬੈੱਡ ਬਣਾਉਂਦੇ ਆ, ਖੇਲਾਂ ਬਣਾਉਂਦੇ ਆ ਰੇਜਰ ਦੇ ਨਾਲ, ਤੇ ਉਹਦਾ ਚੋਪਾ ਲਾਉਂਦੇ, ਬੀਜ ਵੀ ਘੱਟ ਲੱਗਦਾ, ਮੁਨਾਸਬ ਫਾਸਲੇ ਤੇ ਲੱਗਦਾ, ਔਰ ਹੁੰਦੀ ਆ ਫਸਲ। ਔਰ ਉਹਨੂੰ ਕੰਟਰੋਲ ਕਰਨਾ, ਜੜੀ ਬੂਟੀ ਨੂੰ ਕੰਟਰੋਲ ਕਰਨਾ, ਉਹਨੂੰ ਸਪਰੇਆਂ ਕਰਨਾ, ਉਹ ਵੀ ਆਸਾਨ, ਔਰ ਪਾਣੀ ਘੱਟ ਜਾਂਦੇ ਆ। ਇਸ ਤਰ੍ਹਾਂ ਹਰ ਚੀਜ਼ ਨੂੰ ਮੁਨਜ਼ਮ ਤਰੀਕੇ ਨਾਲ ਕਰਨਾ ਚਾਹੀਦਾ। ਮਹਿਕਮੇ ਨਾਲ, ਕੰਪਨੀਆਂ ਨਾਲ, ਡੀਲਰਾਂ ਦੇ ਨਾਲ ਰਾਬਤਾ ਰੱਖਣਾ ਚਾਹੀਦਾ। ਤੇ ਰਿਆਨ ਸਾਹਿਬ, ਜੇ ਤੁਹਾਡੇ ਨਾਲ ਰਾਬਤਾ ਰੱਖਣਾ ਹੋਵੇ ਫਿਰ ਜ਼ਰੂਰ ਜੀ। ਮੇਰੇ ਕੋਲ ਸ਼ੇਖੂਪੁਰਾ ਏਰੀਆ ਤੇ ਮਾਨਾ ਵਾਲੇ ਰਿਹਾਇਸ਼ ਹੈ ਮੇਰੀ। ਤੇ ਨੰਬਰ ਵੀ ਬੇਸ਼ੱਕ ਤੁਸੀਂ ਉਹਦੇ ਉੱਤੇ ਲਿਖ ਦੇਣਾ। ਮੈਂ ਜੀ ਰਿਆਨ ਸਾਹਿਬ ਦਾ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ, ਇਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ, ਇਹਨਾਂ ਦੇ ਡੀਲਰਾਂ ਨਾਲ ਕੀਤਾ ਜਾ ਸਕਦਾ। ਗੁਜ਼ਾਰਿਸ਼ ਇਹ ਆ ਕਾਸ਼ਤਕਾਰ ਭਰਾਵਾਂ ਦੇ ਅੱਗੇ ਕਿ ਉਹ ਜਿਹੜਾ ਰਵਾਇਤੀ ਕੰਮ ਉਹ ਛੱਡ ਕੇ ਨਾ ਥੋੜ੍ਹੇ ਜਿਹੇ ਜਦੀਦ ਹੋਵੋ। ਹੱਸਦੇ ਰਹੋ ਤਾਂ ਵਸਦੇ ਰਹੋ, ਸ਼ਾਦ ਰਹੋ ਤੇ ਆਬਾਦ ਰਹੋ। ਅੱਲਾਹ ਤਾਲਾ ਸਭ ਨੂੰ ਆਸਾਨੀਆਂ ਅਤਾ ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਫਰਮਾਏ। ਤੇ ਰਿਆਨ ਸਾਹਿਬ ਫਿਰ ਜਾਂਦੇ ਜਾਂਦੇ ਪਾਕਿਸਤਾਨ ਜ਼ਿੰਦਾਬਾਦ।